ਚੈਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਜਿਹੜੀਆਂ ਕੁਝ ਅਹਿਮ ਖਬਰਾਂ ਨੇ, ਘਟਨਾਵਾਂ ਨੇ, ਜਿਨ੍ਹਾਂ ਦਾ ਜ਼ਿਕਰ ਕਰਨਾ ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਸਾਂਝੀਆਂ ਕਰੀਏ। ਕੋਵਿਡ-19 ਦੇ ਪੀੜਤਾਂ ਨੂੰ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਉਚੇਚੇ ਤੌਰ ਤੇ ਕੀਤਾ ਯਾਦ। ਮਿਸਰ ਦੀ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ 20 ਮੌਤਾਂ, ਲਗਭਗ 2 ਦਰਜਨ ਵਿਅਕਤੀ ਝੁਲਸੇ। ਬਰਤਾਨੀਆ ਦੀ ਸੰਸਦ ਵਿੱਚ ਹੋਈ ਚਰਚਾ ਨੂੰ ਸ਼ਸ਼ੀ ਥਰੂਰ ਨੇ ਸਹੀ ਗਰਦਾਨਿਆ। ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਜੀਓ ਸਿਮ ਦੇ ਫਰਮਾਨ ਦਾ ਵਿਰੋਧ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਣ ਤੇ ਮੁਲਜ਼ਮ ਨੂੰ ਹੋਵੇਗੀ ਫਾਂਸੀ। ਨਿਹੰਗ ਸਿੰਘਾਂ ਦੇ ਮੁਖੀ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ 2 ਵਿਅਕਤੀ ਗ੍ਰਿਫਤਾਰ। ਭਾਜਪਾ ਨੂੰ ਵੋਟ ਨਹੀਂ ਸਜ਼ਾ ਦਿਓ, ਕਿਸਾਨ ਆਗੂਆਂ ਦਾ ਕਹਿਣਾ। ਕਿਸਾਨਾਂ ਨੇ ਸਿੰਘੂ ਸਰਹੱਦ ਤੇ ਪੱਕੇ ਮਕਾਨ ਬਣਾਉਣੇ ਕੀਤੇ ਸ਼ੁਰੂ ਅਤੇ ਟੀਕਰੀ ਸਰਹੱਦ ਤੇ ਇੱਕ ਕਿਸਾਨ ਦੀ ਹੋਈ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੀ ਆਪਾਂ ਨੇ ਰਲ ਮਿਲ ਕੇ ਸਾਰ ਲੈਣੀ ਹੈ, ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਚਰਚਾ ਕਰਨੀ ਹੈ। ਪਰ ਇਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤਾਂ ਕਿ ਤੁਸੀਂ ਰੋਜ਼ਾਨਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕੋ। ਜਦੋਂ ਲਾਈਵ ਪ੍ਰੋਗਰਾਮ ਰੋਜ਼ਾਨਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਉਸ ਦੇ ਵਿੱਚ ਤੁਸੀਂ ਸ਼ਾਮਲ ਹੋ ਸਕੋ। ਤੇ ਆਓ ਹੁਣ ਖਬਰਾਂ ਵੱਲ ਨੂੰ ਹੋਈਏ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ WHO ਦੇ ਵੱਲੋਂ ਕੋਵਿਡ-19 ਨੂੰ ਗਲੋਬਲ ਪੈਂਡੈਮਿਕ ਅੱਜ ਦੇ ਦਿਨ ਐਲਾਨਿਆ ਗਿਆ ਸੀ, ਜਿਸ ਦਾ ਭਾਵ ਅੱਜ ਇੱਕ ਪੂਰਾ ਵਰ੍ਹਾ ਹੋ ਗਿਆ ਇਸ ਨੂੰ ਮਹਾਮਾਰੀ ਐਲਾਨਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ 11 ਮਾਰਚ ਦੇ ਦਿਨ ਨੂੰ ਨੈਸ਼ਨਲ ਡੇ ਆਫ ਆਬਜ਼ਰਵੈਂਸ ਦਾ ਦਰਜਾ ਦਿੱਤਾ ਹੈ, ਜਦੋਂ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਉਹਨਾਂ ਯਾਦ ਕੀਤਾ ਜਿਨ੍ਹਾਂ ਦੀਆਂ ਇਸ ਕੋਵਿਡ-19 ਦੇ ਕਾਰਨ ਜਾਨਾਂ ਗਈਆਂ ਨੇ। ਪ੍ਰਧਾਨ ਮੰਤਰੀ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਮੌਕੇ ਇੱਕ ਖਾਸ ਸੰਬੋਧਨ ਵੀ ਕੀਤਾ। ਉਹਨਾਂ ਆਖਿਆ ਕਿ ਅੱਜ ਦੇ ਦਿਨ ਵਾਇਰਸ ਕਾਰਨ ਦਮ ਤੋੜ ਚੁੱਕੇ ਵਿਅਕਤੀਆਂ ਨੂੰ ਜਿੱਥੇ ਯਾਦ ਕਰਨਾ ਜ਼ਰੂਰੀ ਹੈ, ਉੱਥੇ ਹੀ ਸਿਹਤ ਸੰਭਾਲ ਖੇਤਰ, ਫਰੰਟ ਲਾਈਨ ਵਰਕਰਸ ਜਿਨ੍ਹਾਂ ਨੇ ਬੀਤੇ ਸਾਲ ਦੌਰਾਨ ਅਣਥੱਕ ਮਿਹਨਤ ਕੀਤੀ ਹੈ, ਉਹਨਾਂ ਨੂੰ ਅੱਜ ਦੇ ਦਿਨ ਮਾਨਤਾ ਦੇਣੀ ਵੀ ਬੜੀ ਲਾਜ਼ਮੀ ਹੈ। ਦੱਸਣਾ ਬਣਦਾ ਕਿ ਦੁਨੀਆ ਭਰ ਵਿੱਚ ਇਸ ਮਹਾਮਾਰੀ ਕਾਰਨ ਲਗਭਗ 2.5 ਮਿਲੀਅਨ ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ ਅਤੇ ਕੈਨੇਡਾ ਵਿੱਚ ਇਸ ਵਾਇਰਸ ਕਾਰਨ 1 ਸਾਲ ਦੇ ਦੌਰਾਨ 22,000 ਤੋਂ ਵੱਧ ਵਿਅਕਤੀ ਮੌਤ ਦੇ ਮੂੰਹ ਵਿੱਚ ਗਏ ਨੇ। 1 ਸਾਲ ਵਿੱਚ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਤੁਸੀਂ ਸਭਨਾਂ ਨੇ ਵੱਡੀਆਂ ਤਬਦੀਲੀਆਂ ਨੋਟ ਕੀਤੀਆਂ ਹੋਣੀਆਂ ਨੇ, ਜਿਨ੍ਹਾਂ ਵਿੱਚ ਇੱਕ ਗੱਲ ਇਹ ਸਾਂਝੀ ਹੈ ਕਿ ਇਸ ਮਹਾਮਾਰੀ ਨੇ ਲਗਭਗ ਮਨੁੱਖੀ ਜ਼ਿੰਦਗੀ ਦਾ ਹਰ ਇੱਕ ਪਹਿਲੂ ਪ੍ਰਭਾਵਿਤ ਕੀਤਾ ਹੈ। ਦੁਨੀਆ ਭਰ ਦੇ ਵਿੱਚ ਲੋਕਡਾਊਨ ਦੀਆਂ, ਤਾਲਾਬੰਦੀ ਦੀਆਂ ਖਬਰਾਂ ਮਿਲੀਆਂ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ। ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ। ਕੰਮਕਾਜ ਦੇ ਢੰਗ ਤਰੀਕੇ, ਤੌਰ ਤਰੀਕੇ ਬਦਲੇ। ਚਿਹਰਿਆਂ ਤੇ ਮਾਸਕ ਲੱਗੇ ਨਜ਼ਰ ਆਉਣ ਲੱਗੇ। ਵਾਰ-ਵਾਰ ਹੱਥਾਂ ਨੂੰ ਧੋਣਾ, ਵਾਰ-ਵਾਰ ਜਦੋਂ ਆਪਾਂ ਕਿਸੇ ਨੂੰ ਮਿਲਦੇ ਸੀ ਹੱਥ ਮਿਲਾਉਂਦੇ ਸੀ, ਹੱਥ ਨਾ ਮਿਲਾਉਣਾ, ਸੈਨੀਟਾਈਜ਼ਰ ਵਰਤਣਾ, ਇੱਕ ਦੂਸਰੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣੀ, ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣਾ ਜਾਂ ਘੱਟ ਜਾਣਾ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਬੰਦ ਹੋਣਾ, ਸਫ਼ਰ, ਸੈਰ ਸਪਾਟੇ ਦਾ ਘਟਣਾ, ਸਮਾਜਿਕ ਸਮਾਗਮਾਂ, ਮਜਲਸਾਂ ਦਾ ਘਟਣਾ, ਕਾਰੋਬਾਰੀ ਅਦਾਰਿਆਂ ਦੇ ਵਿੱਚ ਘਰ ਤੋਂ ਬੈਠ ਕੇ ਕੰਮ ਕਰਨਾ ਤੇ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ 1 ਸਾਲ ਦੇ ਦੌਰਾਨ ਸਾਡੇ ਇਹ ਜੀਵਨ ਦਾ ਹਿੱਸਾ ਬਣ ਗਈਆਂ ਨੇ। ਸ਼ੁਰੂ ਵਿੱਚ ਜਦੋਂ ਤਾਲਾਬੰਦੀਆਂ ਹੋਣ ਲੱਗੀਆਂ, ਕੋਵਿਡ-19 ਦੀ ਘਾਟ ਵੀ ਸੀ। ਲੱਗਦਾ ਵੀ ਸੀ ਕਿ ਸ਼ਾਇਦ ਇੰਨੀ ਸਾਡੇ ਕੋਲ ਜਾਗਰੂਕਤਾ ਨਹੀਂ। ਬਹੁਤ ਸਾਰੇ ਲੋਕਾਂ ਦੇ ਵਿੱਚ ਦਹਿਸ਼ਤ ਫੈਲੀ ਜਾਂ ਫੈਲਾਈ ਗਈ, ਕਿਉਂਕਿ ਸਦੀਆਂ ਤੋਂ ਭਿਆਨਕ ਮਹਾਮਾਰੀ ਦੌਰਾਨ ਮਨੁੱਖਤਾ ਦੀ ਸੇਵਾ ਕਰਦੇ ਆ ਰਹੇ ਡਾਕਟਰਾਂ ਨੇ, ਹਕੀਮਾਂ ਨੇ, ਵੈਦਾਂ ਨੇ ਆਪਣੇ ਕਿੱਤੇ ਨਾਲੋਂ ਮੋਹ ਭੰਗ ਕੀਤਾ ਤੇ ਦਹਿਸ਼ਤ ਇਸ ਕਦਰ ਹੋਈ, ਇਸ ਕਦਰ ਅਣਮਨੁੱਖੀ ਵਰਤਾਰੇ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੋਂ, ਰਿਸ਼ਤੇਦਾਰਾਂ ਤੋਂ, ਨਜ਼ਦੀਕੀਆਂ ਤੋਂ ਮੂੰਹ ਮੋੜਿਆ ਤੇ ਉਹਨਾਂ ਦੀ ਸਾਰ ਤੱਕ ਨਾ ਲਈ। ਕਈ ਇਸ ਤਰ੍ਹਾਂ ਦੀਆਂ ਖਬਰਾਂ ਵੀ ਮਿਲਣ ਲੱਗੀਆਂ ਸਨ ਕਿ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਦੀਆਂ ਰਸਮਾਂ ਆਪਣਿਆਂ ਨਹੀਂ ਸਗੋਂ ਬੇਗਾਨਿਆਂ ਨੇ ਨਿਭਾਈਆਂ। ਮਨੁੱਖਾਂ ਦੇ ਆਪਣੇ ਜਿਹੜੇ ਤੌਰ ਤਰੀਕੇ ਸਨ ਉਹ ਬਦਲੇ ਨਜ਼ਰ ਆਏ। ਆਪਣੇ ਭੈਣ ਭਰਾਵਾਂ ਦੀ ਬਾਂਹ ਫੜਨ ਅਤੇ ਦੁੱਖ ਵੰਡਾਉਣ ਦੀ ਭਾਵਨਾ ਭਾਵੇਂ ਪਹਿਲਾਂ ਕਿਤੇ ਘਟੀ ਨਜ਼ਰ ਆਈ, ਪਰ ਬਾਅਦ ਦੇ ਵਿੱਚੋਂ ਮਨੁੱਖੀ ਜਜ਼ਬਾ ਥੋੜ੍ਹੀ ਮਾਰਿਆ ਜਾ ਸਕਦਾ। ਮਨੁੱਖਾਂ ਦੇ ਮਨਾਂ ਦੇ ਵਿੱਚ ਪ੍ਰਬਲ ਹੋਏ ਲੋਕਾਂ ਨੇ ਇਸ ਭਾਵਨਾ ਨੂੰ ਇੱਕ ਵਾਰੀ ਫਿਰ ਤੋਂ ਜੀਵਤ ਕਰ ਲਿਆ। ਲੋੜਵੰਦਾਂ ਲਈ ਲੰਗਰ ਲਾਏ,
ਜਿਹੜੇ ਲੋੜਵੰਦ ਸੀ ਉਹਨਾਂ ਵਾਸਤੇ ਧਨ ਦਾ ਪ੍ਰਬੰਧ ਕੀਤਾ। ਤਾਲਾਬੰਦੀ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਵੀ ਬਹੁਤ ਵੱਡੇ ਦੁਖਾਂਤ ਵਾਪਰੇ। ਜਦੋਂ ਮਹਾਨਗਰਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਉਹ ਵਸਣ ਵਾਲੇ ਲੱਖਾਂ ਕਿਰਤੀ ਆਪਣੇ ਗ੍ਰਹਿ ਸੂਬਿਆਂ ਵੱਲੋਂ ਪੈਦਲ ਹੋ ਤੁਰੇ, ਆਪਣੇ ਘਰਾਂ ਵੱਲੋਂ ਪੈਦਲ ਚਾਲੇ ਪਾਏ, ਸੈਂਕੜੇ ਰਸਤੇ ਦੇ ਵਿੱਚ ਮੌਤਾਂ ਹੋਈਆਂ। ਸਰਕਾਰਾਂ ਨੂੰ ਲੋਕਾਂ ਦੀ ਵਾਹ ਫੜਨ ਦੀ ਚਾਹੀਦਾ ਤਾਂ ਸੀ ਕਿ ਲੋਕਾਂ ਦੀ ਵਾਹ ਫੜਦੀ, ਪਰ ਉਹ ਅਸਮਰੱਥ ਨਜ਼ਰ ਆਏ। ਪ੍ਰਸ਼ਾਸਨ ਅਤੇ ਸਿਆਸੀ ਜਮਾਤ ਨੇ ਅੰਤਾਂ ਦੀ ਅਸੰਵੇਦਨਸ਼ੀਲਤਾ ਦਿਖਾਈ। ਪਰ ਕੁੱਲ ਮਿਲਾ ਕੇ ਜੇਕਰ ਇਸ 1 ਸਾਲ ਦੇ ਉੱਤੇ ਝਾਤ ਮਾਰੀਏ ਤਾਂ ਜਿਨ੍ਹਾਂ ਗੱਲਾਂ ਦਾ ਮੈਂ ਜ਼ਿਕਰ ਕੀਤਾ, ਕੁਝ ਇੱਕ ਚੰਗੀਆਂ ਤੇ ਕੁਝ ਇੱਕ ਮੰਦੀਆਂ ਗੱਲਾਂ ਸਾਨੂੰ ਦੇ ਗਏ ਹੈ। ਜਿਨ੍ਹਾਂ ਦੇ ਪਰਿਵਾਰਕ ਜੀ ਇਸ ਕੋਵਿਡ-19 ਦੇ ਕਾਰਨ ਦੁਨੀਆ ਤੋਂ ਗਏ ਹੈ, ਉਹਨਾਂ ਦੇ ਨਾਲ ਦਿਲੋਂ ਹਮਦਰਦੀ ਹੈ। ਪਰ ਇੱਕ ਦੇਖੋ, ਜਦੋਂ ਆਪਾਂ ਪਹਿਲਾਂ ਕਿਸੇ ਨੂੰ ਮਿਲਦੇ ਸੀ, ਜੇਕਰ ਚੰਗੇ ਤਰੀਕੇ ਨਾਲ ਹੱਥ ਨਹੀਂ ਸੀ ਅਗਲਾ, ਉਹ ਯਾਰ 2 ਉਂਗਲੀਆਂ ਨਾਲ ਹੱਥ ਮਿਲਾਇਆ, ਬੰਦਾ ਠੀਕ ਨਹੀਂ ਲੱਗਦਾ। ਯਾਰ ਹੱਥ ਮਿਲਾਉਣ ਦਾ ਉਹਦਾ ਤਰੀਕਾ ਠੀਕ ਨਹੀਂ। ਤੁਸੀਂ ਦੇਖੋ ਕਿ ਅੱਜ ਤੋਂ ਕਈ ਸਦੀਆਂ ਪਹਿਲਾਂ ਸਾਡੇ ਗੁਰੂ ਸਾਹਿਬਾਨਾਂ ਨੇ ਆਖਿਆ ਕਿ ਜਦੋਂ ਇੱਕ ਦੂਸਰੇ ਨੂੰ ਮਿਲਦੇ ਹੋ ਹੱਥ ਜੋੜ ਕੇ ਫਤਿਹ ਬੁਲਾਓ। ਹੁਣ ਉਸ ਸਥਾਨ ਤੇ ਆ ਕੇ ਖੜੇ ਹੋ ਗਏ। ਸਾਨੂੰ ਜਿਹੜੇ ਉਹਨਾਂ ਨੇ ਸਿਧਾਂਤ ਦਿੱਤੇ ਸੀ ਕਿ ਝੂਠ ਨਾ ਖਾਓ, ਨਾ ਝੂਠਾ ਛੱਡੋ, ਉਹਦੇ 'ਚ ਦੇਖੋ ਕਿੱਡਾ ਵੱਡਾ ਸਿਧਾਂਤ ਲੁਕਿਆ ਸੀ। ਨਾ ਤਾਂ ਤੁਹਾਨੂੰ ਹੋ ਸਕਦਾ ਕੋਈ ਬਿਮਾਰੀ ਲੱਗੀ ਹੋਵੇ, ਦੂਸਰੇ ਨੂੰ ਬਿਮਾਰੀ ਲੱਗੇ। ਦੂਸਰੀ ਗੱਲ ਇਹ ਕਿ ਤੁਸੀਂ ਜਿੰਨੀ ਤੁਹਾਨੂੰ ਜ਼ਰੂਰਤ ਹੋਵੇਗੀ ਓਨਾ ਖਾਵੋਗੇ। ਬੀਤੇ ਦਿਨੀ ਇੱਕ ਯੂਨੈਸਕੋ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਦੇਖੋ ਕਿੰਨੇ ਫੀਸਦੀ ਅਨਾਜ ਆ, ਅੰਨ ਹੈ ਜਿਹੜਾ ਅਸੀਂ ਉਗਾਉਂਦੇ ਆ, ਪਰ ਕੂੜਾਦਾਨ 'ਚ ਜਾਂਦਾ ਹੈ, ਗਾਰ ਵਿੱਚ ਸੁੱਟ ਦਿੰਦੇ ਆ। ਸੋ ਨਾਲ ਉਹਨਾਂ ਨੇ ਆਖਿਆ ਸੀ ਕਿ ਪਰ ਇਸਤਰੀ ਤੋਂ ਦੂਰ ਰਹੋ। ਅੱਜ ਫਿਜ਼ੀਕਲ ਡਿਸਟੈਂਸਿੰਗ ਦੀ ਵੀ ਗੱਲ ਚੱਲ ਰਹੀ ਹੈ। ਜਿੰਨੀਆਂ ਗੱਲਾਂ ਸਾਨੂੰ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਨੇ ਕਿ ਆਪਣੇ ਬੱਬਲ ਦੇ ਵਿੱਚ ਰਹਿਣਾ ਹੈ, ਆਪਣਿਆਂ ਦੇ ਨਾਲ ਨੇੜਤਾ ਵਧਾਉਣੀ ਹੈ, ਆਹ ਕੁਰੈਤਾਂ ਨੇ ਤੇ ਆਹ ਰਹਿਤਾਂ ਨੇ, ਅੱਜ ਸਾਇੰਸ ਉਹਨਾਂ ਦੇ ਉੱਤੇ ਮੋਹਰ ਲਾ ਰਹੀ ਹੈ। ਖੈਰ, ਅਗਲੀ ਖਬਰ ਬੜੀ ਮੰਦਭਾਗੀ ਖਬਰ ਆ। ਮਿਸਰ ਤੋਂ ਖਬਰ ਮਿਲ ਰਹੀ ਹੈ। ਮਿਸਰ ਦੇ ਵਿੱਚ ਇੱਕ ਕੱਪੜਾ ਫੈਕਟਰੀ ਨੂੰ ਅੱਗ ਲੱਗੀ ਹੈ। ਮਿਸਰ ਦੀ ਰਾਜਧਾਨੀ ਦੇ ਨੇੜੇ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ, ਜਿਸ ਦੇ ਕਾਰਨ ਖਬਰ ਮਿਲ ਰਹੀ ਹੈ ਕਿ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 24 ਹੋਰ ਝੁਲਸੇ ਜਾ ਚੁੱਕੇ ਨੇ। ਮੌਤਾਂ ਦੀ ਗਿਣਤੀ ਵੱਧ ਜਾਣ ਦਾ ਖਦਸ਼ਾ ਹੈ। ਸਰਕਾਰ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਬੋਹਰ 'ਚ ਇੱਕ 4 ਮੰਜ਼ਿਲਾ ਫੈਕਟਰੀ ਨੂੰ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲ ਤੱਕ ਪਤਾ ਨਹੀਂ ਲੱਗ ਸਕਿਆ। ਉਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਤੁਰੰਤ ਰਵਾਨਾ ਕੀਤੀਆਂ ਗਈਆਂ ਸੀ। ਐਂਬੂਲੈਂਸ ਨੂੰ ਪ੍ਰਭਾਵਿਤ ਇਲਾਕੇ ਦੇ ਵਿੱਚ ਤੁਰੰਤ ਘੱਲ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਮਾਹਿਰਾਂ ਦੀ ਟੀਮ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ, ਪਰ ਇਸ ਤੇ ਹੋਰ ਵੇਰਵੇ ਹਾਲੇ ਜਨਤਕ ਨਹੀਂ ਕੀਤੇ ਗਏ। ਸੋ ਉਮੀਦ ਕਰੀਏ, ਕਾਮਨਾ ਕਰੀਏ ਕਿ ਹੋਰ ਮੌਤਾਂ ਦੀ ਗਿਣਤੀ ਵਧੇ ਨਾ। ਅਗਲੀ ਜਿਹੜੀ ਖਬਰ ਹੈ, ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਬਰਤਾਨੀਆ ਦੀ ਸੰਸਦ ਦੇ ਵਿੱਚ ਗੂੰਜ ਪਈ ਸੀ, ਕਿਉਂਕਿ ਬਰਤਾਨੀਆ ਦੇ 1,06,000 ਲੋਕਾਂ ਨੇ ਇੱਕ ਈ ਪਟੀਸ਼ਨ ਤੇ ਦਸਤਖਤ ਕੀਤੇ ਸਨ। ਉਹਦੇ ਵਿੱਚ ਮੰਗ ਕੀਤੀ ਗਈ ਸੀ ਕਿ ਭਾਰਤ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ, ਵਿਰੋਧ ਚੱਲ ਰਿਹਾ ਖੇਤੀ ਕਾਨੂੰਨਾਂ ਦਾ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ, ਉਹਦੇ ਉੱਤੇ ਗੱਲਬਾਤ ਕੀਤੀ ਜਾਵੇ। ਬਰਤਾਨੀਆ ਦੇ ਸੰਵਿਧਾਨ ਦੇ ਅਨੁਸਾਰ ਗੱਲਬਾਤ ਕੀਤੀ ਗਈ। 90 ਮਿੰਟ ਵਾਸਤੇ ਸਮਾਂ ਨਿਰਧਾਰਤ ਕੀਤਾ ਗਿਆ ਸੀ, ਪਰ ਉਹਦੇ ਤੋਂ ਬਾਅਦ ਇੰਗਲੈਂਡ ਦੇ ਵਿੱਚ ਜਿਹੜੇ ਭਾਰਤ ਦੇ ਹਾਈ ਕਮਿਸ਼ਨਰ ਨੇ, ਉਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਸੀ। ਤੇ ਉਧਰ ਜਿਹੜੇ ਨਵੀਂ ਦਿੱਲੀ ਦੇ ਵਿੱਚ ਬਰਤਾਨੀਆ ਦੇ ਹਾਈ ਕਮਿਸ਼ਨਰ ਭਾਰਤ ਵਿੱਚ ਨੇ, ਉਹਨਾਂ ਨੂੰ ਤਲਬ ਵੀ ਕੀਤਾ ਗਿਆ ਸੀ ਕਿ ਤੁਸੀਂ ਲੋਕਤੰਤਰ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਦੇ ਹੋ। ਪਰ ਹੁਣ ਆਹ ਖਬਰ ਲਗਭਗ ਉਹਦਾ ਉਲਟਾ ਹੈ। ਲੋਕ ਸਭਾ ਦੇ ਕਾਂਗਰਸ ਮੈਂਬਰ ਪਾਰਲੀਮੈਂਟ ਨੇ ਸ਼ਸ਼ੀ ਥਰੂਰ, ਆਮ ਕਰਕੇ ਸ਼ਸ਼ੀ ਥਰੂਰ ਆਪਣੇ ਬਿਆਨਾਂ ਦੇ ਕਰਕੇ ਚਰਚਾ ਵਿੱਚ ਰਹਿੰਦੇ ਹੈ। ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਨੇ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨਾਂ ਤੇ ਚਰਚਾ ਦੇ ਬਾਬਤ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਉਹਨਾਂ ਆਖਿਆ, ਕਹਿੰਦਾ ਜਿਵੇਂ ਅਸੀਂ ਭਾਰਤ ਵਿੱਚ ਫਲਸਤੀਨ ਦੇ ਮੁੱਦੇ ਤੇ ਗੱਲ ਕਰਦੇ ਹਾਂ, ਕਹਿੰਦੇ ਜਿਵੇਂ ਅਸੀਂ ਵੀ ਕੀਤੀ ਹੈ, ਜਾਂ ਜਿਵੇਂ ਅਸੀਂ ਕਿਸੇ ਵੀ ਵਿਦੇਸ਼ੀ ਮੁਲਕ ਦੇ ਘਰੇਲੂ ਮੁੱਦੇ ਤੇ ਗੱਲ ਕਰਦੇ ਹਾਂ। ਹੁਣ ਤੁਹਾਨੂੰ ਪਤਾ ਹੈ ਕਿ ਇੱਕ ਥਾਂ ਦੇ ਉੱਤੇ ਭਾਰਤ ਦਾ ਗੁਆਂਢੀ ਮੁਲਕ ਹੈ ਮਿਆਂਮਾਰ, ਉੱਥੇ ਫੌਜੀ ਹਕੂਮਤ ਹੋ ਗਈ। ਉਹ ਕਹਿੰਦੇ ਅਸੀਂ ਉਹਦੇ ਤੇ ਕਿੰਨੀ ਵਾਰੀ ਗੱਲ ਕੀਤੀ ਆ। ਉਹ ਕਹਿੰਦੇ ਬਰਤਾਨਵੀ ਪਾਰਲੀਮੈਂਟ ਨੇ ਵੀ ਅਜਿਹਾ ਹੀ ਕੀਤਾ। ਸ਼ਸ਼ੀ ਥਰੂਰ ਨੇ ਆਖਿਆ, ਮੈਂ ਭਾਰਤ ਸਰਕਾਰ ਨੂੰ ਆਪਣਾ ਕੰਮ ਕਰਨ ਲਈ, ਆਪਣਾ ਪੱਖ ਰੱਖਣ ਲਈ ਕੋਈ ਇਲਜ਼ਾਮ ਨਹੀਂ ਦਿੰਦਾ, ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਹੋਰ ਪਹਿਲੂ ਵੀ ਹੋਇਆ ਕਰਦੇ ਆ। ਜਮਹੂਰੀਅਤ 'ਚ ਲੋਕ ਤੇ ਚੁਣੇ ਹੋਏ ਪ੍ਰਤੀਨਿਧੀ ਇਸ ਮੁੱਦੇ ਤੇ ਆਪਣਾ ਵਿਚਾਰ ਰੱਖਣ ਵਾਸਤੇ ਆਜ਼ਾਦ ਹੋਇਆ ਕਰਦੇ ਆ।
ਉਹਨਾਂ ਅੱਗੇ ਆਖਿਆ, ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੁਝ ਹੈਰਾਨੀਜਨਕ ਜਾਂ ਕੁਝ ਗਲਤ ਹੋਇਆ। ਸਾਨੂੰ ਇਸ ਨੂੰ ਆਮ ਲੈਣ ਦੇਣ ਦੀ ਤਰ੍ਹਾਂ ਲੈਣਾ ਚਾਹੀਦਾ ਹੈ, ਜਿਵੇਂ ਕਿ ਜਮਹੂਰੀਅਤ ਵਿੱਚ ਹੋਇਆ ਕਰਦਾ ਹੈ। ਪਰ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਕਿ ਇਸ ਗੱਲਬਾਤ ਤੋਂ ਬਾਅਦ ਭਾਰਤ ਸਰਕਾਰ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਉਹਨਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਜਿਹੜੀਆਂ ਗੱਲਾਂ ਬਾਤਾਂ ਜਾਂ ਜਿਹੜੀ ਵਿਚਾਰ ਚਰਚਾ ਹੋਈ ਹੈ ਉਹ ਤੱਥ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ। ਇੱਥੋਂ ਤੱਕ ਆਖਿਆ ਗਿਆ ਸੀ ਕਿ ਉੱਥੇ ਝੂਠ ਦੇ ਉੱਤੇ ਚਰਚਾ ਕੀਤੀ ਗਈ ਹੈ। ਖੈਰ, ਅਗਲੀ ਖਬਰ ਤੁਹਾਡੇ ਨਾਲ ਕੱਲ੍ਹ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਪਾਸੇ ਪੰਜਾਬ ਸਰਕਾਰ ਹੁਣ ਤੱਕ ਇਹ ਲੋਕਾਂ ਨੂੰ ਦੱਸਣ ਦੇ ਵਿੱਚ ਲੱਗੀ ਹੋਈ ਹੈ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ, ਅਸੀਂ ਇਸ ਵਕਤ ਤਿੰਨੇ ਖੇਤੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹੈ, ਅਸੀਂ ਉਹਨਾਂ ਦੇ ਵਿਰੋਧ ਵਿੱਚ ਖੜੇ ਹਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਖੜੇ ਹਾਂ। ਪਰ ਇੱਕ ਫਰਮਾਨ ਜਾਰੀ ਕੀਤਾ ਸੀ, ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਾਵਰਕਾਮ ਦੇ ਮੁਲਾਜ਼ਮ ਜੀਓ ਦੇ ਸਿਮ ਲੈਣ। ਹੁਣ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ, ਪਾਵਰ ਮੈਨੇਜਮੈਂਟ ਵੱਲੋਂ ਰਿਲਾਇੰਸ ਜੀਓ ਦੇ ਮੋਬਾਈਲ ਸਿਮ ਦੇਣ ਦੀ ਕੀਤੀ ਜਾ ਰਹੀ ਵਿਵਸਥਾ ਦੇ ਖਿਲਾਫ ਆਪਣਾ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਗਿਆ। PSCB ਐਮਪਲਾਈਜ਼ ਜੁਆਇੰਟ ਫੋਰਮ ਦੇ ਵੱਲੋਂ 13 ਮਾਰਚ ਨੂੰ ਲੁਧਿਆਣਾ ਦੇ ਵਿੱਚ ਇਸੇ ਬਾਬਤ ਇੱਕ ਬੈਠਕ ਸੱਦ ਲਈ ਗਈ ਹੈ। ਜੁਆਇੰਟ ਫੋਰਮ ਦੇ ਵਿੱਚ ਸ਼ਾਮਲ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਜਿਹੜੀਆਂ, ਉਹਨਾਂ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ, PSEB ਐਮਪਲਾਈਜ਼ ਫੈਡਰੇਸ਼ਨ, ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਕ, ਐਮਪਲਾਈਜ਼ ਫੈਡਰੇਸ਼ਨ, ਇਹਦੇ ਨਾਲ ਥਰਮਲਸ ਐਮਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਐਮਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਅਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਆਗੂਆਂ ਨੇ ਸਾਂਝੇ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਬਿਆਨ ਦੇ ਰਾਹੀਂ ਪਾਵਰਕਾਮ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਵੋਡਾਫੋਨ ਦੀ ਥਾਂ ਜੀਓ ਦੇ ਸਿਮ ਦੇਣ ਦੇ ਫੈਸਲੇ ਦੀ ਸਖਤ ਨਿੰਦਿਆ ਕੀਤੀ ਹੈ ਤੇ ਨਾਲ ਇਹ ਵੀ ਆਖਿਆ ਕਿ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਕਿਸਾਨ ਅੰਦੋਲਨ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਪਾਵਰਕਾਮ ਕੋਵਿਡ-19 ਦੇ ਦੌਰਾਨ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਲੈਂਦੀ ਆ ਰਹੀ ਹੈ। ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਦੂਸਰੇ ਪਾਸੇ ਸਰਕਾਰੀ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਹੈ। ਪ੍ਰਾਈਵੇਟ ਬਿਜਲੀ ਕੰਪਨੀਆਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਖਪਤਕਾਰਾਂ ਦੇ ਬਿਜਲੀ ਦੇ ਰੇਟ ਵਧਾਏ ਜਾ ਰਹੇ ਹੈ। ਲੋਕਾਂ ਦੀ ਜੇਬ ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ। ਉਹ ਕਹਿੰਦੇ ਬਠਿੰਡਾ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ 1 ਰੁਪਏ ਦੇ ਉੱਤੇ 99 ਸਾਲਾਂ ਲਈ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ। ਕਹਿੰਦੇ ਜੇ ਮੈਨੇਜਮੈਂਟ ਸਿਮ ਬਦਲਣੇ ਚਾਹੁੰਦੀ ਹੈ ਤਾਂ ਸਰਕਾਰੀ ਕੰਪਨੀ ਹੈ BSNL, ਉਹਨੂੰ ਦੇ ਦਿੱਤਾ ਜਾਵੇ। ਇਹ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਕਰਮਚੰਦ ਭਾਰਦਵਾਜ ਨੇ ਆਖਿਆ ਕਿ ਪਾਵਰਕਾਮ ਦੇ ਇਸ ਫੈਸਲੇ ਦੇ ਵਿਰੁੱਧ ਐਕਸ਼ਨ ਉਲੀਕਣ ਲਈ ਜੁਆਇੰਟ ਫੋਰਮ ਦੀ ਫੌਰੀ ਮੀਟਿੰਗ 13 ਮਾਰਚ ਨੂੰ ਲੁਧਿਆਣਾ ਦੇ ਵਿੱਚ ਸੱਦੀ ਗਈ ਹੈ ਤੇ PSCB ਇੰਜੀਨੀਅਰਿੰਗ ਐਸੋਸੀਏਸ਼ਨ ਦੇ ਵੱਲੋਂ ਵੀ ਵੋਡਾਫੋਨ ਦੀ ਸਿਮ ਦੀ ਬਜਾਏ ਹੁਣ ਜੀਓ ਸਿਮ ਦੀ ਵਿਵਸਥਾ ਕਰਨ ਦੇ ਖਿਲਾਫ ਖੁੱਲ੍ਹੇ ਤੌਰ ਤੇ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਸੰਸਥਾ ਦੇ ਜਨਰਲ ਸਕੱਤਰ ਅਜੇਪਾਲ ਸਿੰਘ ਅਟਵਾਲ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਪਹਿਲਾਂ ਹੀ ਮੋਬਾਈਲ ਸੈੱਟ ਤੇ ਹੋਣ ਵਾਲੇ ਖਰਚੇ ਨੂੰ ਮੁਲਾਜ਼ਮਾਂ ਦੇ ਸਿਰ ਮੜ ਰਹੀ ਹੈ। ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਕੀਤਾ ਜਾਂਦਾ, ਹੋ ਸਕਦਾ ਕਿ ਵੋਡਾਫੋਨ ਦੀ ਕਵਰੇਜ ਵਧੀਆ ਨਾ ਹੋਵੇ। ਜੇ ਕਵਰੇਜ ਵਧੀਆ ਨਹੀਂ ਤਾਂ ਉਚੇਚੇ ਤੌਰ ਤੇ ਜੀਓ ਰਿਲਾਇੰਸ ਲੈਣ ਵਾਸਤੇ ਕਹਿਣਾ ਤੇ ਇਹ ਕਿੱਥੋਂ ਤੱਕ ਜਾਇਜ਼ ਹੈ। ਇਹ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਰਿਲਾਇੰਸ ਦਾ ਜੀਓ ਦਾ ਵੱਡੇ ਪੱਧਰ ਤੇ ਕਿਸਾਨਾਂ ਨੇ ਵਿਰੋਧ ਕੀਤਾ ਸੀ, ਮਜ਼ਦੂਰਾਂ ਨੇ ਵਿਰੋਧ ਕੀਤਾ ਸੀ, ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਵਿਰੋਧ ਕੀਤਾ ਸੀ, ਇੱਥੋਂ ਤੱਕ ਕਿ ਟਾਵਰਾਂ ਤੱਕ ਉਹ ਜਾ ਪਏ ਸੀ। ਬਾਅਦ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਆਖਿਆ ਸੀ ਕਿ ਟਾਵਰ ਭੰਨਣ ਦਾ, ਟਾਵਰ ਤੋੜਨ ਦਾ, ਉੱਥੋਂ ਜਨਰੇਟਰ ਚੱਕਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ, ਇੰਜ ਨਾ ਕਰੋ। ਇਹਦੀ ਚੀਜ਼ ਅਮਰਿੰਦਰ ਸਿੰਘ ਨੂੰ ਵੀ ਹੋਈ ਸੀ, ਇਹਦੀ ਚੀਜ਼ ਕੇਂਦਰ ਸਰਕਾਰ ਨੂੰ ਵੀ ਹੋਈ ਸੀ। ਸੋ ਘੱਟੋ ਘੱਟ ਜਿਹੜੀ ਚੀਜ਼ ਹੁਣ ਤੱਕ ਕਿਸਾਨ ਆਗੂ ਆਖ ਰਹੇ ਨੇ ਤੇ ਆਹ ਫੈਸਲਾ ਉਹਦੇ ਜਾਂ ਇਹ ਫਰਮਾਨ ਬਿਲਕੁਲ ਉਹਦੇ ਉਲਟ ਹੈ। ਜਿਸ ਤਰ੍ਹਾਂ ਇਹਨਾਂ ਨੇ ਆਖਿਆ ਕਿ ਇਹ ਕਿਸਾਨਾਂ ਦੇ ਇਸ ਚੱਲ ਰਹੇ ਪ੍ਰਦਰਸ਼ਨ ਦੇ ਉੱਤੇ, ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ, ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਆਖਿਆ ਤੇ ਜਾਣਾ ਚਾਹੀਦਾ ਸੀ ਕਿ BSNL ਦੇ ਫੋਨ ਲੈ ਲਓ ਜੇਕਰ ਇੱਕ ਦੂਸਰੇ ਨੂੰ ਕਮਿਊਨੀਕੇਸ਼ਨ ਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ। ਹੁਣ ਇਸ ਮਸਲੇ ਦੇ ਉੱਤੇ ਬਲਵੀਰ ਸਿੰਘ ਰਾਜੇਵਾਲਾ ਬੋਲੇ ਨੇ। ਅੱਗੇ ਚੱਲ ਕੇ ਤੁਹਾਨੂੰ ਇੱਕ ਸਮੁੱਚੀ ਖਬਰ ਦੇ ਵਿੱਚ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ ਤੁਹਾਡੇ ਨਾਲ ਉਹ ਖਬਰ ਸਾਂਝੀ ਕਰਾਂਗਾ। ਪਰ ਉਹਦੇ ਤੋਂ ਪਹਿਲਾਂ ਬੜੀ ਇੱਕ ਲਾਜ਼ਮੀ ਹੋਰ ਖਬਰ ਹੈ। ਖਬਰ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਪੰਜਾਬ ਦੇ ਵਿੱਚ ਲਗਭਗ 125 ਘਰ ਉਜੜਿਆ
ਤੁਹਾਡੇ ਨਾਲ ਬੀਤੇ ਦਿਨੀ ਖਬਰ ਸਾਂਝੀ ਕੀਤੀ ਸੀ ਕਿ ਬਿਹਾਰ ਦੇ ਵਿੱਚ 19 ਮੌਤਾਂ ਹੋਈਆਂ ਸੀ। ਉਹਨਾਂ ਦੇ ਵਿੱਚੋਂ 9 ਵਿਅਕਤੀਆਂ ਨੂੰ ਜਿਹੜੇ ਮੁਲਜ਼ਮ ਸਨ ਫਾਂਸੀ ਦੀਆਂ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ ਨੇ। 4 ਉਹਨਾਂ ਵਿੱਚ ਬੀਬੀਆਂ ਇਨਵੋਲਡ ਸਨ, ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾ ਦਿੱਤੀਆਂ ਨੇ। ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਕਿ ਬਿਹਾਰ ਨੂੰ ਤਾਂ ਲੋਕ ਕਈ ਵਾਰੀ ਸੂਬਾ ਹੀ ਨਹੀਂ ਸਮਝਦੇ, ਪਰ ਜੇਕਰ ਬਿਹਾਰ ਵਿੱਚ ਇੰਜ ਸਜ਼ਾਵਾਂ ਸੁਣਾਈਆਂ ਜਾ ਸਕਦੀਆਂ ਨੇ ਤਾਂ ਪੰਜਾਬ ਦੀ ਸਰਕਾਰ ਕੀ ਘੂਕ ਸੁੱਤੀ ਪਈ ਹੈ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੋਣ ਵਾਲੀ ਮੌਤ ਤੇ ਇਸ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਫਾਂਸੀ ਦੇਣ ਦੀ ਵਿਵਸਥਾ ਤੇ ਹੁਣ ਇਸ ਵਕਤ ਵਿਚਾਰ ਕੀਤਾ ਜਾ ਰਿਹਾ ਹੈ। ਨਜਾਇਜ਼ ਸ਼ਰਾਬ ਵੇਚਣ ਅਤੇ ਬਣਾਉਣ ਵਾਲਿਆਂ ਤੇ ਲਗਾਮ ਕਹਿੰਦੇ ਕੱਸਣੀ ਹੈ, ਪਰ ਇਹਦੇ ਨਾਲ ਅਗਲਾ ਸਵਾਲ ਪੈਦਾ ਇਹ ਹੁੰਦਾ ਹੈ ਕਿ ਮੌਤ ਤੋਂ ਬਾਅਦ ਜੇਕਰ ਕਿਸੇ ਦੀ ਉਹ ਸ਼ਰਾਬ ਪੀਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਮੁਲਜ਼ਮ ਨੂੰ ਜਿਹੜਾ ਉਹਦੇ ਵਿੱਚ ਲੋੜੀਂਦਾ ਹੋਏਗਾ ਫਾਂਸੀ ਦਿੱਤੀ ਜਾ ਸਕਦੀ ਹੈ। ਪਰ ਜੇਕਰ ਮੌਤ ਤੋਂ ਪਹਿਲਾਂ ਕਿਸੇ ਵਿਅਕਤੀ ਤੋਂ, ਕਿਸੇ ਮੁਲਜ਼ਮ ਤੋਂ ਜ਼ਹਿਰੀਲੀ ਸ਼ਰਾਬ ਫੜੀ ਜਾਂਦੀ ਹੈ, ਬਰਾਮਦ ਹੋ ਜਾਂਦੀ ਹੈ, ਤਾਂ ਫਿਰ ਉਸ ਉੱਤੇ ਕਿਹੜਾ ਮੁਕੱਦਮਾ ਦਰਜ ਹੋਵੇ? ਕਿਉਂਕਿ ਹੁਣ ਤੱਕ ਵੇਖਿਆ ਜਾ ਰਿਹਾ ਹੈ ਕਿ ਨਜਾਇਜ਼ ਸ਼ਰਾਬ ਫੜੇ ਜਾਣ ਤੇ ਮੁਲਜ਼ਮ ਦੇ ਉੱਤੇ ਐਕਸਾਈਜ਼ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ। ਨਿਯਮ ਦੇ ਮੁਤਾਬਕ ਜੇਕਰ ਕੋਈ ਨਜਾਇਜ਼ ਤੌਰ ਤੇ ਜ਼ਹਿਰੀਲੀ ਸ਼ਰਾਬ ਬਣਾਉਂਦਾ, ਵੇਚਦਾ ਜਾਂ ਉਹਦੇ ਕੋਲੋਂ ਸ਼ਰਾਬ ਫੜੀ ਜਾਂਦੀ ਹੈ ਤਾਂ ਉਹਦੇ ਕੋਲੋਂ ਉਹਦੇ ਉੱਤੇ ਆਬਕਾਰੀ ਐਕਟ ਦੇ ਅਨੁਸਾਰ ਕੇਸ ਦਰਜ ਕੀਤਾ ਜਾਂਦਾ ਹੈ। ਇਸ ਮਾਮਲੇ ਨੂੰ ਦਰਜ ਹੋਣ ਤੋਂ ਕੁਝ ਮਿੰਟਾਂ ਦੇ ਬਾਅਦ ਹੀ ਹੈਰਾਨੀਜਨਕ ਗੱਲ ਹੈ ਕਿ ਜਦੋਂ ਇਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਜਾਂਦਾ ਹੈ, ਕੁਝ ਮਿੰਟਾਂ ਦੇ ਅੰਦਰ ਅੰਦਰ ਹੀ ਉਹਦੀ ਜ਼ਮਾਨਤ ਹੋ ਜਾਂਦੀ ਹੈ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜ਼ਮਾਨਤ ਪੁਲਿਸ ਥਾਣੇ ਵਿੱਚ ਹੀ ਹੋ ਜਾਂਦੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਜ਼ਮਾਨਤ ਤੋਂ ਰਿਹਾ ਹੋਣ ਤੋਂ ਬਾਅਦ ਉਹੀ ਵਿਅਕਤੀ, ਉਹੀ ਮੁਲਜ਼ਮ ਫਿਰ ਉਹੀ ਕੰਮ ਕਰ ਰਿਹਾ ਹੁੰਦਾ, ਸ਼ਰਾਬ ਬਣਾ ਰਿਹਾ ਹੁੰਦਾ ਜਾਂ ਵੇਚ ਰਿਹਾ ਹੁੰਦਾ। ਤੇ ਉਧਰ ਸਰਕਾਰ ਨੇ ਇਸ ਨਿਯਮ ਨੂੰ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਕੋਈ ਵਿਅਕਤੀ ਜ਼ਹਿਰੀਲੀ ਸ਼ਰਾਬ ਕਾਰਨ ਮਰ ਜਾਂਦਾ ਹੈ ਤਾਂ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਵਾਲੇ ਨੂੰ ਉਸ ਦੀ ਮੌਤ ਦੇ ਜ਼ਿੰਮੇਵਾਰ ਸਮਝ ਕੇ ਉਸ ਨੂੰ ਫਾਂਸੀ ਦਿੱਤੀ ਜਾਏਗੀ। ਤੇ ਦੂਸਰੇ ਪਾਸੇ ਜ਼ਹਿਰੀਲੀ ਸ਼ਰਾਬ ਬਣਾਉਣ ਅਤੇ ਵੇਚਣ ਵਾਲੇ ਨੂੰ ਹਾਲੇ ਤੱਕ ਆਬਕਾਰੀ ਐਕਟ ਦੇ ਅਧੀਨ ਹੀ ਫੜਿਆ ਜਾਂਦਾ ਹੈ, ਗ੍ਰਿਫਤਾਰ ਕੀਤਾ ਜਾਂਦਾ ਹੈ। ਇਹਦੇ ਉੱਤੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ। ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਜੇ ਸ਼ਰਾਬ ਬਣੇਗੀ ਫਿਰ ਵਿਕੇਗੀ, ਜੇ ਵਿਕੇਗੀ ਫਿਰ ਕੋਈ ਪੀਵੇਗਾ, ਜੇ ਕੋਈ ਪੀਵੇਗਾ ਫਿਰ ਉਹਦੀ ਮੌਤ ਹੋਏਗੀ। ਕਿਉਂਕਿ ਪਹਿਲਾਂ ਤਾਂ ਲੋਕ ਬਣਾਉਂਦੇ ਸੀ ਗੁੜ ਤੋਂ, ਅੰਗੂਰਾਂ ਤੋਂ, ਖੰਡ ਤੋਂ ਸ਼ਰਾਬ, ਪਰ ਹੁਣ ਕਈ ਜ਼ਹਿਰੀਲੇ ਪਦਾਰਥ ਨੇ ਜਿਨ੍ਹਾਂ ਨੂੰ ਵਰਤ ਕੇ ਸ਼ਰਾਬ ਬਣਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਕਾਰਨ ਜਦੋਂ ਲੋਕ ਉਹਨੂੰ ਪੀਂਦੇ ਹੈ ਤੇ ਮੌਤਾਂ ਹੋ ਜਾਂਦੀਆਂ ਨੇ। ਖੈਰ ਅਗਲੀ ਖਬਰ ਇਹ ਵੀ ਬੜੀ ਮਹੱਤਵਪੂਰਨ ਖਬਰ ਹੈ। ਨਿਹੰਗ ਸਿੰਘਾਂ ਦੇ ਮੁਖੀ ਨੇ ਬਾਬਾ ਬਲਵੀਰ ਸਿੰਘ, ਉਹਨਾਂ ਦੇ ਕਤਲ ਦੀ ਕਹਿੰਦੇ ਯੋਜਨਾ ਬਣ ਰਹੀ ਸੀ। ਦਿੱਲੀ ਪੁਲਿਸ ਦਾ ਇੱਕ ਖਾਸ ਸੈੱਲ ਹੈ, ਉਹਨਾਂ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੋ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਕਥਿਤ ਤੌਰ ਤੇ ਮਾਰਨ ਦੀ ਯੋਜਨਾ ਉਲੀਕ ਰਹੇ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਮਲਕੀਤ ਸਿੰਘ ਅਤੇ ਭੁਪਿੰਦਰ ਸਿੰਘ ਵਜੋਂ ਕੀਤੀ ਗਈ ਹੈ ਅਤੇ ਇਹਨਾਂ ਨੂੰ ਦਿੱਲੀ ਦੇ ਸ਼ਾਲੀਮਾਰ ਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਕੋਲੋਂ 2 ਪਿਸਤੌਲ ਅਤੇ 20 ਰੌਂਦ ਬਰਾਮਦ ਕੀਤੇ ਗਏ ਹੈ। ਦਿੱਲੀ ਪੁਲਿਸ ਨੇ ਨਿਹੰਗ ਸਿੰਘ ਜਥੇਬੰਦੀ ਦੇ ਇੱਕ ਧੜੇ ਦੇ ਮੁਖੀ ਨੂੰ ਮਾਰਨ ਦੀ ਸਾਜ਼ਿਸ਼ ਦਾ ਜਿਹੜਾ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਜਿਹੜੇ ਮੁਲਜ਼ਮ ਸਨ ਇਹ ਅਸਲ ਦੇ ਵਿੱਚ ਬਾਬਾ ਬਲਵੀਰ ਸਿੰਘ ਨੂੰ ਕਤਲ ਕਰਨਾ ਚਾਹੁੰਦੇ ਸੀ। ਮੁਲਜ਼ਮਾਂ ਦਾ 2010 ਦੇ ਕਤਲ ਕੇਸ ਨਾਲ ਵੀ ਸੰਬੰਧ ਹੈ। ਕਹਿੰਦੇ ਉਹਨਾਂ ਦੇ ਇੱਕ ਗਵਾਹ ਨੂੰ ਵੀ ਇਹਨਾਂ ਦਾ ਖਤਮ ਕਰਨ ਦਾ ਇਰਾਦਾ ਸੀ, ਜਿਸ ਵਿੱਚ ਮਲਕੀਤ ਸਿੰਘ ਜਾਣਕਾਰੀ ਮਿਲੀ ਹੈ ਕਿ ਇਸ ਸਮੇਂ ਤੇ ਪੈਰੋਲ ਤੇ ਬਾਹਰ ਆਇਆ ਹੋਇਆ ਅਤੇ ਉਸ ਦੀ ਮਾਂ ਜਸਵੀਰ ਕੌਰ ਨੂੰ ਉਮਰ ਕੈਦ ਹੋਈ ਹੈ। ਪੁਲਿਸ ਨੇ ਦੱਸਿਆ ਕਿ 6 ਮਾਰਚ ਨੂੰ ਇੱਕ ਖਬਰ ਮਿਲੀ ਸੀ ਕਿ ਕਤਲ ਦੇ ਇੱਕ ਕੇਸ ਵਿੱਚ ਦੋਸ਼ੀ ਜੋ ਇਸ ਸਮੇਂ ਪੈਰੋਲ ਤੇ ਹੈ ਆਪਣੇ ਦੋਸਤ ਦੇ ਸਮੇਤ ਮੱਧ ਪ੍ਰਦੇਸ਼ ਤੋਂ ਗੈਰ ਕਾਨੂੰਨੀ ਹਥਿਆਰ ਲਿਆ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਉਹ ਕੋਸ਼ਿਸ਼ ਕਰ ਰਿਹਾ ਹੈ। ਛਾਪੇਮਾਰੀ ਕੀਤੀ ਗਈ। ਛਾਪੇ ਦੇ ਦੌਰਾਨ ਮਲਕੀਤ ਅਤੇ ਭੁਪਿੰਦਰ ਨੂੰ ਬੇਰੀਵਾਲਾ ਬਾਗ, ਸ਼ਾਲੀਮਾਰ ਬਾਗ, ਦਿੱਲੀ ਦੇ ਨੇੜਿਓਂ ਕਾਬੂ ਕਰ ਲਿਆ ਗਿਆ। ਮਲਕੀਤ ਸਿੰਘ ਦੇ ਕੋਲੋਂ 16 ਕਾਰਤੂਸਾਂ ਦੇ ਸਮੇਤ ਇੱਕ ਪਿਸਤੌਲ, ਭੁਪਿੰਦਰ ਸਿੰਘ ਕੋਲੋਂ ਇੱਕ ਪਿਸਤੌਲ ਤੇ 4 ਕਾਰਤੂਸ ਬਰਾਮਦ ਕੀਤੇ ਗਏ ਹੈ। ਦੋਵਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਅਤੇ ਇਹ ਦੋਵੇਂ ਜਾਣਕਾਰੀ ਦੇ ਅਨੁਸਾਰ ਹੋਲਾ ਮਹੱਲਾ ਜਸ਼ਨ ਦੇ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਮਲਕੀਤ ਤੇ ਭੁਪਿੰਦਰ ਨੇ
ਮੱਧ ਪ੍ਰਦੇਸ਼ ਦੇ ਵਿੱਚ ਜੋਤੀ ਨਾਂ ਦੇ ਇੱਕ ਸਪਲਾਇਰ ਦੇ ਕੋਲੋਂ ਹਥਿਆਰ ਖਰੀਦੇ। ਇਸ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਪੰਜਾਬ ਖਾਸ ਕਰਕੇ ਪਟਿਆਲਾ ਦੇ ਵਿੱਚ ਅੱਜ ਕਾਫੀ ਹਲਚਲ ਨਜ਼ਰ ਆਈ। ਦੱਸਣਾ ਬਣਦਾ ਕਿ ਲਗਭਗ ਡੇਢ ਦਹਾਕਾ ਪਹਿਲਾਂ ਬਾਬਾ ਬਲਵੀਰ ਸਿੰਘ ਦੇ 4 ਪਰਿਵਾਰਕ ਮੈਂਬਰਾਂ ਦੀ ਪਟਿਆਲਾ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਨਿਹੰਗ ਸਿੰਘਾਂ ਦੇ ਮੁਖੀ ਉਹਨਾਂ ਨੂੰ ਬੁਲਟ ਪ੍ਰੂਫ ਗੱਡੀ ਅਤੇ ਅਤ ਆਧੁਨਿਕ ਹਥਿਆਰਾਂ ਨਾਲ ਲੈਸ ਦਰਜਨ ਪਰ ਪੁਲਿਸ ਮੁਲਾਜ਼ਮ ਪੱਕੇ ਤੌਰ ਤੇ ਦਿੱਤੇ ਹੋਏ ਆ। ਨਾਲ ਹੀ ਹਥਿਆਰਬੰਦ ਨਿਹੰਗ ਸਿੰਘ ਵੀ ਨਿਹੰਗ ਸਿੰਘ ਮੁਖੀ ਦੇ ਨਾਲ ਰਹਿੰਦੇ ਆ। ਪਰ ਹੁਣ ਤੁਸੀਂ ਦੇਖੋ ਕਿ ਉਹਨਾਂ ਦੀ ਇੰਨੀ ਸੁਰੱਖਿਆ ਹੈ, ਪਰ ਪੰਜਾਬ ਪੁਲਿਸ ਨੂੰ ਨਹੀਂ ਪਤਾ ਲੱਗਿਆ। ਦਿੱਲੀ ਪੁਲਿਸ ਦਾ ਤਾਜ਼ਾ ਖੁਲਾਸਾ ਹੈ ਕਿ ਆਹ ਬੰਦੇ 2 ਬਾਬਾ ਬਲਵੀਰ ਸਿੰਘ ਨੂੰ ਹੋਲਾ ਮਹੱਲਾ ਦੇ ਜਸ਼ਨ ਦੌਰਾਨ ਕਤਲ ਕਰਨਾ ਚਾਹੁੰਦੇ ਸੀ। ਜਦੋਂ ਦਿੱਲੀ ਪੁਲਿਸ ਨੇ 2 ਵਿਅਕਤੀ ਗ੍ਰਿਫਤਾਰ ਵੀ ਕਰ ਲਏ। ਦਿੱਲੀ ਪੁਲਿਸ ਦੀ ਇਸ ਤਾਜ਼ਾ ਜਾਣਕਾਰੀ ਜਾਂ ਤਾਜ਼ਾ ਖੁਲਾਸੇ ਤੋਂ ਬਾਅਦ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਅੱਜ ਸਰਗਰਮ ਨਜ਼ਰ ਆਈਆਂ। ਉੱਥੇ ਹੀ ਇਸ ਗੁੱਟ ਦੇ ਨਿਹੰਗ ਸਿੰਘ ਵੀ ਕਾਫੀ ਹਰਕਤ ਵਿੱਚ ਨਜ਼ਰ ਆਏ। ਦੱਸਣਾ ਬਣਦਾ ਹੈ ਕਿ ਬਾਬਾ ਬਲਵੀਰ ਸਿੰਘ ਕਈ ਦਹਾਕਿਆਂ ਤੱਕ ਬਾਬਾ ਬੁੱਢਾ ਦਲ ਦੇ ਮੁਖੀ ਰਹੇ। ਸੰਤਾ ਸਿੰਘ ਦੇ ਅਤ ਕਰੀਬੀ ਬਣ ਕੇ ਵਿਚਰੇ। 21 ਸਤੰਬਰ ਤੇ 2007 ਨੂੰ ਪਟਿਆਲਾ ਸਥਿਤ ਨਿਹੰਗ ਸਿੰਘਾਂ ਦੀ ਬਗੀਚੀ ਵਿੱਚ ਸੰਤਾ ਸਿੰਘ ਨੂੰ ਮਿਲਣ ਦੇ ਮਾਮਲੇ ਨੂੰ ਲੈ ਕੇ ਇੱਕ ਟਕਰਾਅ ਹੋ ਗਿਆ। ਦੂਸਰੇ ਧੜੇ ਨੇ ਬਾਬਾ ਬਲਵੀਰ ਸਿੰਘ ਦੇ ਪਿਤਾ, 2 ਭਰਾਵਾਂ ਅਤੇ ਇੱਕ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦਕਿ ਇਹਨਾਂ ਦੇ ਚਾਚਾ ਜੀ ਜ਼ਖਮੀ ਹੋ ਗਏ ਸਨ। ਥਾਣਾ ਸਿਵਲ ਲਾਈਨ ਪਟਿਆਲਾ ਦੇ ਵਿੱਚ ਦਰਜ ਕੇਸ ਦੇ ਵਿੱਚ 25 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 2 ਦੀ ਜੇਲ੍ਹ ਦੇ ਵਿੱਚ ਮੌਤ ਹੋ ਚੁੱਕੀ ਹੈ। ਫਿਰ 2 ਜੁਲਾਈ 2016 ਨੂੰ 8 ਨਿਹੰਗ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਬਾਕੀ ਸਿੰਘਾਂ ਨੂੰ ਬਰੀ ਕਰ ਦਿੱਤਾ ਸੀ। ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਿਹੰਗ ਸਿੰਘ, ਜਿਸ ਦਾ ਨਾਮ ਮਲਕੀਤ ਸਿੰਘ ਦੱਸਿਆ ਗਿਆ, ਉਹ ਵੀ ਇਸੇ ਹੀ ਕਤਲ ਕੇਸ ਦੇ ਵਿੱਚ ਬਰੀ ਹੋਣ ਵਾਲਿਆਂ ਦੇ ਵਿੱਚੋਂ ਇੱਕ ਹੈ। ਤਲਵੰਡੀ ਸਾਬੋ ਦੇ ਵਿੱਚ ਬਾਬਾ ਬਲਵੀਰ ਸਿੰਘ ਦੇ ਕਾਫਲੇ ਤੇ ਗੋਲੀਆਂ ਚਲਾਉਣ ਸਮੇਤ ਵਾਪਰੀ ਇੱਕ ਹੋਰ ਵੱਡੀ ਘਟਨਾ ਦੇ ਵਿੱਚ ਵੀ ਮਲਕੀਤ ਸਿੰਘ ਦਾ ਨਾਮ ਬੋਲਦਾ ਹੈ। ਸੂਤਰ ਇਹ ਵੀ ਦੱਸਦੇ ਆ ਕਿ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਅੱਜ ਦਿਨ ਭਰ ਇਸ ਮਾਮਲੇ ਨੂੰ ਲੈ ਕੇ ਕਾਫੀ ਸਰਗਰਮ ਰਹੀਆਂ, ਰੁੱਝੀਆਂ ਰਹੀਆਂ। ਇਸ ਗੁੱਟ ਨਾਲ ਸੰਬੰਧਿਤ ਨਿਹੰਗ ਸਿੰਘ ਵੀ ਸਰਗਰਮ ਨਜ਼ਰ ਆਏ। ਹੁਣ ਬਾਬਾ ਬਲਵੀਰ ਸਿੰਘ ਹੀ ਬੁੱਢਾ ਦਲ ਦੇ ਮੁਖੀ ਵਜੋਂ ਕਾਰਜਸ਼ੀਲ ਨੇ ਤੇ ਉਧਰ ਦੋਹਰੇ ਕਤਲ ਕੇਸ ਦੇ ਵਿੱਚ ਨਾਮਜ਼ਦ ਇੱਕ ਹੋਰ ਪ੍ਰਮੁੱਖ ਨਿਹੰਗ ਸਿੰਘ ਬਾਬਾ ਉਦੈ ਸਿੰਘ, ਦੱਸਣਾ ਬਣਦਾ ਕਿ ਹਾਲੇ ਤੱਕ ਪੁਲਿਸ ਦੇ ਹੱਥ ਲੱਗ ਨਹੀਂ ਸਕੇ ਤੇ ਅੱਜ ਇਸ ਘਟਨਾ ਦੇ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਪਟਿਆਲਾ ਦੇ ਵਿੱਚ ਹਲਚਲ ਮਹਿਸੂਸ ਕੀਤੀ ਗਈ। ਹਾਲੇ ਬਾਬਾ ਬਲਵੀਰ ਸਿੰਘ ਨੇ ਇਹਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜੇਕਰ ਉਹਨਾਂ ਦਾ ਕੋਈ ਬਿਆਨ ਆਇਆ ਤਾਂ ਕੱਲ ਦੇ ਪ੍ਰੋਗਰਾਮ ਦੌਰਾਨ ਜ਼ਰੂਰ ਸ਼ਾਮਲ ਕਰਾਂਗੇ। ਤੇ ਅਗਲੀ ਜਿਹੜੀ ਖਬਰ ਹੈ ਇਹ ਖਾਸ ਕਰਕੇ ਕਿਸਾਨ ਮੋਰਚੇ ਨੂੰ ਲੈ ਕੇ ਕਾਫੀ ਮਹੱਤਵ ਰੱਖਦੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਹੁਣ ਆ 26 ਤਰੀਕ ਨੂੰ 4 ਮਹੀਨੇ ਹੋ ਜਾਣੇ ਆ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ। ਤਾਂ ਅਸੀਂ ਇਹ ਫੈਸਲਾ ਕੀਤਾ ਹੈ ਵੀ ਹੁਣ ਜਿਹੜੀ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਉੱਥੇ ਅਸੀਂ ਟੀਮਾਂ ਬਣਾਈਆਂ, ਸਾਰੇ ਸਟੇਟਾਂ ਦੇ ਵਿੱਚ ਉਹ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਵੀ ਜਿਹਨੂੰ ਮਰਜ਼ੀ ਵੋਟ ਦਿਓ, ਸਿਰਫ ਬੀਜੇਪੀ ਨੂੰ ਸਜ਼ਾ ਦਿਓ, ਉਹਨੂੰ ਵੋਟ ਨਹੀਂ ਦੇਣੀ। ਅਸੀਂ ਕਿਸੇ ਇੱਕ ਪਰਟੀਕੂਲਰ ਪਾਰਟੀ ਜਾਂ ਕਿਸੇ ਪਰਟੀਕੂਲਰ ਕੈਂਡੀਡੇਟ ਦੀ ਹਮਾਇਤ ਨਹੀਂ ਕਰਾਂਗੇ। ਅਸੀਂ ਸਿਰਫ ਇਹ ਬੇਨਤੀ ਕਰਨ ਜਾਵਾਂਗੇ ਵੀ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਏ। ਤੋ ਇਹਦੇ ਲਈ ਅੱਜ ਸਰ ਹਰਮੀਤ ਸਿੰਘ ਕਾਦੀਆਂ, ਮੈਂ ਸਰ ਗੁਰਨਾਮ ਸਿੰਘ ਉੱਥੋਂ ਸਿੱਧੇ ਆਉਣਗੇ ਏਅਰਪੋਰਟ 'ਤੇ। ਅਸੀਂ ਅੱਜ ਕਲਕੱਤੇ ਜਾਵਾਂਗੇ ਅਤੇ ਕੱਲ੍ਹ ਨੂੰ ਉੱਥੇ ਇੱਕ ਰੈਲੀ ਵੀ ਹੋਏਗੀ ਔਰ ਅਸੀਂ 294 ਉੱਥੇ ਹਲਕੇ ਨੇ ਅਸੈਂਬਲੀ ਦੇ 294 ਗੱਡੀਆਂ ਕੱਲ੍ਹ ਨੂੰ ਹਰੀ ਝੰਡੀ ਦੇ ਕੇ ਹਰ ਹਲਕੇ 'ਚ ਇੱਕ ਗੱਡੀ ਲਿਟਰੇਚਰ ਵੰਡਣ ਵਾਸਤੇ ਕਿਸਾਨ ਮੋਰਚੇ ਦੇ ਸੰਬੰਧ 'ਚ ਉੱਥੋਂ ਕੱਲ੍ਹ ਨੂੰ ਅਸੀਂ ਉਹਨਾਂ ਨੂੰ ਤੋਰਾਂਗੇ ਸਾਰੇ ਹਲਕਿਆਂ ਦੇ ਵਿੱਚ। ਅਤੇ ਜਿੱਥੇ ਹਰ ਰੋਜ਼ ਤਕਰੀਬਨ 3 ਤੋਂ 4 ਰੈਲੀਆਂ ਇੱਕ ਗਰੁੱਪ ਐਡਰੈਸ ਕਰੇਗਾ। ਅਸੀਂ 4 ਗਰੁੱਪ ਬਣਾਏ ਹੈ ਲੀਡਰਸ ਦੇ, ਤਕਰੀਬਨ 12 ਰੈਲੀਆਂ ਮਿਨੀਮਮ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਸੀਂ ਐਡਰੈਸ ਕਰਾਂਗੇ। ਕਿਸਾਨ ਆਗੂ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਸੀ। ਉੱਥੋਂ ਉਹ ਪੱਛਮੀ ਬੰਗਾਲ ਵਾਸਤੇ ਰਵਾਨਾ ਹੋਏ ਹੈ। ਇਸ ਟੀਮ ਦੇ ਵੱਲੋਂ 294 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਹਰ ਹਲਕੇ ਲਈ ਕਹਿੰਦੇ ਰਵਾਨਾ ਕੀਤਾ ਜਾਏਗਾ। ਹਰੇਕ ਗੱਡੀ ਕੇਂਦਰੀ ਖੇਤੀ ਕਾਨੂੰਨਾਂ ਦੇ ਅਸਲ ਸੱਚ ਨੂੰ ਬਿਆਨ ਕਰਦਾ ਸਾਹਿਤ ਪਿੰਡ-ਪਿੰਡ ਜਾ ਕੇ ਵੰਡੇਗੀ, ਜੋ ਪੱਛਮੀ ਬੰਗਾਲ ਦੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਸਕੇ। ਸੰਯੁਕਤ ਕਿਸਾਨ ਮੋਰਚੇ ਨੇ ਚੋਣਾਂ ਵਾਲੇ 5 ਸੂਬਿਆਂ ਪੱਛਮੀ ਬੰਗਾਲ, ਅਸਾਮ, ਕੇਰਲਾ, ਪਾਂਡੂਚੇਰੀ ਵਿੱਚ ਭਾਜਪਾ ਦੇ ਖਿਲਾਫ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ ਬਲਵੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਮੀਤ ਸਿੰਘ ਕਾਦੀਆਂ ਨੇ ਕੋਲਕਾਤਾ ਲਈ ਰਵਾਨਾ ਹੋਣ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਲੋਕਾਂ ਨੂੰ ਸੱਦਾ ਦੇਣਗੇ ਕਿ ਭਾਜਪਾ ਨੂੰ ਵੋਟ ਨਹੀਂ ਸਜ਼ਾ ਦਿਓ। ਉਹ ਕਹਿੰਦੇ ਹੁਣ ਅਸੀਂ ਦੱਸਾਂਗੇ ਮੋਦੀ ਨੂੰ ਕਿ ਕਾਨੂੰਨ ਬਣਾਈਦੇ ਕਿਵੇਂ ਨੇ ਤੇ ਕਾਨੂੰਨ ਵਾਪਸ ਕਿਵੇਂ ਲਈਦੇ ਨੇ। ਉਹ ਕਹਿੰਦੇ ਅਸੀਂ ਹੋਰ ਕਿਸੇ ਤਰੀਕੇ ਨਾਲ ਨਹੀਂ, ਆ ਚੋਣਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਭਾਜਪਾ ਦੀ ਗੋਡ ਨਹੀਂ ਲਵਾਉਣਾ ਚਾਹੁੰਦੇ ਆ, ਭਾਜਪਾ ਨੂੰ ਉਹਦੇ ਕੀਤੇ ਕਰਮਾਂ ਦਾ ਫਲ ਦੇਣਾ ਚਾਹੁੰਦੇ ਆ। ਉਹ ਕਹਿੰਦੇ ਅਸੀਂ ਇਕੱਲੀ ਦਹਲੀਜ਼ ਤੇ ਜਾਵਾਂਗੇ, ਲੋਕਾਂ ਨੂੰ ਸੱਦਾ ਦੇਵਾਂਗੇ, ਜਾਗਰੂਕ ਕਰਾਂਗੇ ਕਿ ਇਸ ਪਾਰਟੀ ਨੂੰ ਵੋਟ ਨਹੀਂ ਦੇਣੀ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਅਤੇ ਪੱਛਮੀ ਬੰਗਾਲ ਦੋ ਅਜਿਹੇ ਸੂਬੇ ਹੈ ਜਿਨ੍ਹਾਂ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਮੋਹਰੀ ਭੂਮਿਕਾ ਰਹੀ ਹੈ ਅਤੇ ਹੁਣ ਇੱਕ ਵਾਰੀ ਫਿਰ ਵਕਤ ਆ ਗਿਆ ਹੈ ਕਿ ਦੋਵੇਂ ਸੂਬੇ ਮੁੜ ਖੇਤੀ ਕਾਨੂੰਨਾਂ ਤੋਂ ਮੁਕਤੀ ਵਾਸਤੇ ਅੱਗੇ ਵਧਣ। ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਉਹ ਪੱਛਮੀ ਬੰਗਾਲ ਵਿੱਚ ਭਾਜਪਾ ਖਿਲਾਫ ਪ੍ਰਚਾਰ ਤਾਂ ਕਰਨਗੇ, ਉਹਨਾਂ ਦੀ ਰੋਜ਼ਾਨਾ ਇੱਕ ਟੀਮ 3-4 ਹਲਕਿਆਂ ਨੂੰ ਕਵਰ ਕਰਿਆ ਕਰੇਗੀ। ਉਹਨਾਂ ਦੱਸਿਆ ਕਿ ਪੱਛਮੀ ਬੰਗਾਲ ਦੇ ਕਿਸਾਨਾਂ ਦੇ 4 ਗਰੁੱਪ ਬਣਾਏ ਗਏ ਆ। ਕਿਸਾਨ ਆਗੂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਸਿਆਸੀ ਧਿਰ ਦੇ ਹੱਕ ਵਿੱਚ ਅਸੀਂ ਬਿਲਕੁਲ ਪ੍ਰਚਾਰ ਨਹੀਂ ਕਰਾਂਗੇ, ਪਰ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਰਕਾਰ ਦੇ ਖਿਲਾਫ ਅਸੀਂ ਜ਼ਰੂਰ ਖੁੱਲ੍ਹ ਕੇ ਉਹਨਾਂ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਵਾਸਤੇ ਅਪੀਲ ਕਰਾਂਗੇ ਤੇ ਨਾਲ ਉਹ ਕਹਿੰਦੇ ਅਸੀਂ ਕੇਰਲਾ ਵੀ ਜਾਵਾਂਗੇ। ਆਗੂ ਨੇ ਦੱਸਿਆ ਕਿ ਜਿਹੜੀਆਂ ਟੀਮਾਂ ਪਹਿਲਾਂ ਉਹਨਾਂ ਸੂਬਿਆਂ ਦੇ ਵਿੱਚ ਪ੍ਰਚਾਰ ਤੇ ਗਈਆਂ ਹੋਈਆਂ ਨੇ ਉਹ ਵਾਪਸ ਮੁੜ ਆਉਣਗੀਆਂ। ਟੀਮ ਦੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਵੀ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਖੇਤੀ ਕਾਨੂੰਨਾਂ ਦੀ ਹਕੀਕਤ ਦਾ ਪਤਾ ਲੱਗ ਗਿਆ ਹੈ, ਪਰ ਆਪਣੀ ਹੈਂਕੜ, ਆਪਣੀ ਇੱਜ਼ਤ ਦਾ ਸਵਾਲ ਬਣਾ ਕੇ ਇਹ ਕਾਨੂੰਨ ਨਾ ਰੱਦ ਕਰਨ ਤੇ ਹਾਲੇ ਅੜੇ ਹੋਏ ਨੇ। ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਲਈ ਜਦੋਂ ਵੀ ਸੱਦੇਗੀ ਉਸੇ ਵਕਤ ਅਸੀਂ ਜਾਵਾਂਗੇ। ਉਹਨਾਂ ਇਹ ਵੀ ਕਿਹਾ ਕਿ ਇਸ ਅੰਦੋਲਨ ਨੇ ਹਰ ਸੂਬੇ ਦੇ ਵਿੱਚ ਹੁਣ ਆਪਣੇ ਪੈਰ ਪਸਾਰ ਲਏ ਹੈ ਅਤੇ ਹੁਣ ਭਾਜਪਾ ਨੂੰ ਸਿਆਸੀ ਸੱਟ ਮਾਰਨ ਦੇ ਵਾਸਤੇ 5 ਵਿਧਾਨ ਸਭਾ ਸੂਬਿਆਂ ਦੇ ਵਿੱਚ ਕਿਸਾਨ ਭਾਜਪਾ ਦੇ ਖਿਲਾਫ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕ ਤਾਂ ਜਾਗੇ ਪਏ ਹੈ, ਪਰ ਹੈਰਾਨੀ ਦੀ ਹੱਦ ਹੈ ਕਿ ਉਹਨਾਂ ਦੇ ਚੁਣੇ ਹੋਏ ਵਿਧਾਇਕ ਹਾਲੇ ਤੱਕ ਨਹੀਂ ਜਾਗੇ। ਕਿਉਂਕਿ ਤੁਹਾਨੂੰ ਯਾਦ ਹੋਣਾ ਇਹ ਟਿੱਪਣੀ ਤਾਂ ਕੀਤੀ ਕਿਉਂਕਿ ਕਿਸਾਨਾਂ ਨੇ ਉਹਨਾਂ ਦੇ ਦਰਵਾਜ਼ਿਆਂ ਤੇ ਉਹਨਾਂ ਦੇ ਦਫ਼ਤਰਾਂ ਤੇ ਜਾ ਕੇ ਕਿਹਾ ਸੀ ਕਿ ਆ ਵਿਧਾਨ ਸਭਾ ਦੇ ਵਿੱਚ ਹੁਣ ਪਰਖ ਦੀ ਘੜੀ ਹੈ, ਤੁਸੀਂ ਕਿਸਾਨਾਂ ਵਾਲੇ ਪਾਸੇ ਖੜੇ ਹੋ, ਸਰਕਾਰ ਵਾਲੇ ਪਾਸੇ ਨਾ ਖੜੇ ਹੋ। ਪਰ ਉਹਨਾਂ ਨੇ ਕਿਸਾਨਾਂ ਦੀ ਸੁਣੀ ਨਹੀਂ। ਹੁਣ ਹਰਿਆਣੇ ਦੇ ਲੋਕ ਕਹਿੰਦੇ ਆ, ਉਹ ਕਹਿੰਦੇ ਹੁਣ ਸਾਡੀਆਂ ਦਹਲੀਜ਼ਾਂ ਤੇ ਆ ਕੇ ਦਿਖਾਉਣ, ਸਾਡੇ ਪਿੰਡ ਵਿੱਚ ਭਾਜਪਾ ਤੇ ਜਜਪਾ ਵਾਲੇ ਵੜ ਕੇ ਦਿਖਾਉਣ। ਵੇਖਣਾ ਹੋਏਗਾ ਕਿ ਆਉਣ ਵਾਲੀ ਲੋਕ ਸਭਾ ਤੇ ਵਿਧਾਨ ਸਭਾ ਚੋਣ ਵਿੱਚ ਹਰਿਆਣਾ ਦੇ ਲੋਕ ਫੈਸਲਾ ਕਿਸ ਕਦਰ ਕਰਦੇ ਆ। ਇਸੇ ਤਰ੍ਹਾਂ ਕਾਦੀਆਂ ਨੇ ਕਿਹਾ ਕਿ ਪਹਿਲੀ ਵਾਰ ਇਦਾਂ ਹੋਇਆ ਕਿ ਸਿਆਸਤ ਨੂੰ ਕਿਸਾਨਾਂ ਦੇ ਥੱਲੇ ਲੱਗਣਾ ਪਵੇਗਾ। ਬਲਵੀਰ ਸਿੰਘ ਰਾਜੇਵਾਲ ਨੇ ਈਡੀ ਦੇ ਛਾਪਿਆਂ ਤੇ ਵੀ ਕਿਹਾ ਕਿ ਕੇਂਦਰ ਵੱਲੋਂ ਡਰਾਉਣ ਦੀ ਇਹ ਇੱਕ ਤਕਨੀਕ ਹੈ। ਪੁਲਿਸ ਵੱਲੋਂ ਕਹਿੰਦੇ ਜਿਹੜੇ ਨੋਟਿਸ ਵੀ ਭੇਜੇ ਜਾ ਰਹੇ ਆ, ਕਹਿੰਦੇ ਉਹਦੇ ਲਈ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਨੋਟਿਸਾਂ ਦੇ ਨਾਲ ਚੁੱਲ੍ਹੇ 'ਚ ਅੱਗ ਬਾਲੋ। ਜਦੋਂ ਪਾਵਰਕੌਮ ਦੀ ਗੱਲ ਆਈ ਜੀਓ ਪ੍ਰਤੀ ਮੋਹ ਬਾਰੇ ਪੁੱਛਣ ਤੇ ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਕਾਨੂੰਨ ਸਿੱਧੇ ਰੱਦ ਹੀ ਨਹੀਂ ਕੀਤੇ। ਬਜਟ ਬਾਰੇ ਵੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਚਮੁੱਚ ਖੀ ਉਡਾ ਦਿੱਤੀ ਹੈ। ਉਹਨਾਂ ਕਿਹਾ ਕਿ ਜਿੰਨਾ ਕੁ ਕਰਜ਼ ਮੁਆਫ ਕੀਤਾ ਨਾ ਜਾਂ ਮੁਆਫ ਕਰਨ ਦੇ ਦਾਅਵੇ ਕਰ ਰਹੀ ਹੈ ਸਰਕਾਰ, ਉਹਦੇ ਤੋਂ ਵੱਧ ਤਾਂ ਕਿਸਾਨ ਆਪਣਾ ਵਿਆਜ ਤਾਰ ਚੁੱਕੇ ਹੈ। ਤੇ ਅਗਲੀ ਖਬਰ, ਕਿਸਾਨ ਹੁਣ ਪੱਕੇ ਮੋਰਚੇ ਬਣਾਉਣ ਲੱਗ ਪਏ ਹੈ। ਆਰ ਪਾਰ ਦੀ ਲੜਾਈ ਉਹਨਾਂ ਨੇ ਐਲਾਨੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ ਸਿੰਘੂ ਮੋਰਚੇ ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਹੁਣ ਪੱਕਾ ਧਾਰ ਲਿਆ ਕਿ ਇਹ ਤਿੰਨੇ ਹੀ ਕਾਲੇ ਕਾਨੂੰਨ ਰੱਦ ਕਰਵਾਵਾਂਗੇ, ਰੱਦ ਕੀਤਿਆਂ ਜਾਂ ਕਰਵਾਇਆਂ ਬਗੈਰ ਮੋਰਚੇ ਤੋਂ ਵਾਪਸ ਨਹੀਂ ਹੋ ਜਾਣਾ, ਪਿੰਡਾਂ ਨੂੰ ਨਹੀਂ ਉਹ ਵਰਤਣਾ। ਇਸ ਲਈ ਹੁਣ ਉਹ ਪੱਕੇ ਪ੍ਰਬੰਧ ਕਰ ਰਹੇ ਆ। ਬਰਸਾਤ ਦੇ ਮੌਸਮ ਦੇ ਵਿੱਚ ਕਿਸੇ ਵੀ ਕਿਸਮ ਦੀ ਔਖ ਤੋਂ ਬਚਾਅ ਕਰ ਸਕੀਏ, ਹੁਣ ਉਹ ਪੱਕੀਆਂ ਇੱਟਾਂ ਦੇ ਕਮਰੇ ਤਿਆਰ ਕਰਨ ਲੱਗੇ ਆ, ਪੱਕੇ ਗੁਸਲਖਾਨੇ, ਬਾਥਰੂਮ ਤਿਆਰ ਕਰਨ ਲੱਗੇ ਆ। ਉਹਨਾਂ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹਾਂ, ਹੁਣ ਅਸੀਂ ਇੱਥੇ ਪਲਾਟ ਵੀ ਕੱਟਾਂਗੇ, ਸਰਕਾਰ ਰੋਕੇ ਸਾਨੂੰ, ਅਸੀਂ ਇੱਥੇ ਮਕਾਨ ਵੀ ਬਣਾਵਾਂਗੇ, ਸਰਕਾਰ ਰੋਕੇ ਸਾਨੂੰ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੱਕੇ ਮਕਾਨਾਂ ਦੀਆਂ ਉਸਾਰੀਆਂ ਹੁੰਦੀਆਂ ਉੱਥੇ ਨਜ਼ਰ ਆਉਣਗੀਆਂ। ਅਗਲੀ ਖਬਰ ਟਿਕਰੀ ਵਾਲੇ ਪਾਸਿਓਂ ਆਈ ਹੈ। ਕਿਸਾਨੀ ਸੰਘਰਸ਼ ਤੋਂ ਤੁਹਾਨੂੰ ਪਤਾ ਕਿ ਰੋਜ਼ ਇਸ ਤਰ੍ਹਾਂ ਦੀ ਕੋਈ ਨਾ ਕੋਈ ਖਬਰ ਆਉਂਦੀ ਹੈ ਜਿਹੜੀ ਹਿਰਦਾ ਬਲੂੰਦਰ ਦਿੰਦੀ ਹੈ। ਅੱਜ ਵੀ ਪਤਾ ਲੱਗਿਆ ਕਿ 2 ਧੀਆਂ ਅਤੇ 1 ਪੁੱਤ ਦਾ ਬਾਪ
52 ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰਚਰਨ ਸਿੰਘ ਪਿੰਡ ਭੱਟੀਆਂ ਖੁਰਦ ਦਾ ਚੰਦਰੀ ਮੌਤ ਨੇ ਆਪਣੀ ਕਲਾਵੇ ਵਿੱਚ ਲੈ ਲਿਆ। ਜਾਣਕਾਰੀ ਮਿਲੀ ਹੈ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਦੇ ਨਾਲ ਗਏ ਸੀ, ਦਲਵਾਰਾ ਸਿਉਂ, ਗੁਰਜੀਤ ਸਿੰਘ ਭੜੀ, ਅਵਤਾਰ ਸਿੰਘ ਫੌਜੀ, ਉਹ ਕਹਿੰਦੇ 8 ਮਾਰਚ ਨੂੰ ਜਦੋਂ ਗੁਰਚਰਨ ਸਿੰਘ ਟਿਕਰੀ ਸਰਹੱਦ ਤੇ ਮੋਰਚਾ ਲਾਈ ਬੈਠੇ ਸੀ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਤੇਜ਼ ਦਰਦ ਉੱਠਿਆ, ਜਿਸ ਨੂੰ ਇਲਾਜ ਵਾਸਤੇ ਪਟਿਆਲਾ ਦੇ ਹਾਰਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਹਾਲਤ ਨੂੰ ਗੰਭੀਰ ਹੁੰਦਿਆਂ ਦੇਖ ਉਹਨਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ, ਜਿੱਥੇ ਉਹ ਦਰਦ ਸਹਾਰ ਨਾ ਸਕੇ ਅਤੇ ਗੁਰੂ ਚਰਨਾਂ ਦੇ ਵਿੱਚ ਜਾ ਬਰਾਜਿਆ। ਪਰਿਵਾਰ ਦੇ ਦੱਸਣ ਦੇ ਮੁਤਾਬਕ ਉਹਨਾਂ ਕੋਲ ਸਿਰਫ 2.5 ਏਕੜ ਜ਼ਮੀਨ ਹੈ ਤੇ ਕਰਜ਼ 25 ਲੱਖ ਰੁਪਏ ਦਾ ਹੈ। ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਸਰਕਾਰੀ ਨੌਕਰੀ ਪਰਿਵਾਰ ਦੇ ਜੀ ਨੂੰ ਦੇਣ ਦੀ ਮੰਗ ਕੀਤੀ ਹੈ। ਤੁਸੀਂ ਦੇਖੋ ਕਿ ਲਗਭਗ 385 ਲੋਕ ਆਪਣੀਆਂ ਜਾਨਾਂ ਇਸ ਅੰਦੋਲਨ ਦੇ ਲੇਖੇ ਲਾ ਚੁੱਕੇ ਹੈ। ਪਰ ਦੂਸਰੇ ਪਾਸੇ ਸਰਕਾਰ ਨੂੰ ਵੋਟਾਂ ਚਾਹੀਦੀਆਂ ਨੇ, ਸਰਕਾਰ ਨੂੰ ਵੋਟਾਂ ਚਾਹੀਦੀਆਂ ਨੇ। 5 ਸੂਬਿਆਂ ਦੇ ਵਿੱਚ ਹਰਲ ਕਰਦੀਆਂ ਫਿਰਦੀਆਂ ਨੇ ਪਾਰਟੀਆਂ, ਤੇ ਇੱਧਰ ਕਿਸਾਨ ਮੋਰਚਾ ਲਾਈ ਬੈਠੇ ਆ। 4 ਮਹੀਨੇ ਤਾਂ ਦਿੱਲੀ ਬੈਠਿਆਂ ਨੂੰ ਹੋਣ ਵਾਲੇ ਆ, ਕੋਈ ਸਾਰ ਨਹੀਂ ਲੈਂਦਾ, ਕੋਈ ਬਾਹ ਨਹੀਂ ਫੜਦਾ। ਪਰ ਕਿਸਾਨ ਆਗੂ ਕਹਿੰਦੇ ਕੋਈ ਗੱਲ ਨਹੀਂ, ਅਸੀਂ ਕਹਿੰਦੇ ਜਦੋਂ ਚੋਣਾਂ ਆਉਣਗੀਆਂ ਉਦੋਂ ਕੱਲੇ ਦੀ ਸਾਰ ਲਵਾਂਗੇ, ਕਿਹੜਾ ਸਾਡੇ ਵਾਲੇ ਪਾਸੇ ਸੀ, ਕਿਹੜਾ ਵਿਰੋਧ ਵਿੱਚ ਖੜਾ ਸੀ। ਇਸੇ ਕਰਕੇ ਕਿਸਾਨ ਆਗੂ ਹੁਣ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਤੇ ਪਾਂਡੂਚੇਰੀ, ਅਸਾਮ ਵੱਲ ਤੁਰੇ ਹੋਏ ਨੇ ਕਿ ਅਸੀਂ ਲੋਕਾਂ ਨੂੰ ਜਗਾਉਣਾ ਹੈ। ਕਈ ਸੂਬਿਆਂ ਵਿੱਚ ਜਿੱਥੇ ਭਾਵੇਂ ਚੋਣਾਂ ਵੀ ਨਹੀਂ, ਕਹਿੰਦੇ ਉੱਥੇ ਵੀ ਜਾਵਾਂਗੇ, ਉਹਨਾਂ ਨੂੰ ਵੀ ਲਾਮਬੰਦ ਕਰਾਂਗੇ ਤਾਂ ਕਿ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ, ਲੋਕਾਂ ਨੂੰ ਜਗਾਇਆ ਜਾ ਸਕੇ। ਸੋ ਦੋਸਤੋ, ਇਹ ਅੱਜ ਦੀਆਂ ਕੁਝ ਖਬਰਾਂ ਸਨ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਚੰਗੀਆਂ ਲੱਗੀਆਂ ਨੇ ਲਾਈਕ ਵੀ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲਿਓ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।